ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ? ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ। ਸੁਣਨਾ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਅੱਜ ਦੀਆਂ ਖਬਰਾਂ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਬੋਨਸ 100 ਯੂਰੋ, ਬੋਨਸ 800 ਯੂਰੋ ਅਤੇ ਬੋਨਸ 1600 ਯੂਰੋ ਜਿਨ੍ਹਾਂ ਦੇ ਲਈ ਇੰਪਸ ਨੇ ਬਹੁਤ ਸਾਰੀਆਂ ਜ਼ਰੂਰੀ ਇਨਫੋਰਮੇਸ਼ਨ ਦਿੱਤੀਆਂ ਨੇ। ਅਤੇ ਉਸ ਤੋਂ ਬਾਅਦ 25,000 ਯੂਰੋ ਕਿਸੇ ਹਿਸਾਬ ਦੇ ਨਾਲ ਬੋਨਸ ਤੁਸੀਂ ਲੈ ਸਕਦੇ ਹੋ। ਛੜੇ ਬੰਦਿਆਂ ਦੇ ਲਈ ਇੱਕ ਖੁਸ਼ਖਬਰੀ ਅਤੇ ਹੋਰ ਵੀ ਇਟਲੀ ਦੀਆਂ ਜਿਹੜੀਆਂ ਨਿਊਜ਼ਾਂ ਨੇ ਖਾਸ ਖਬਰਾਂ ਉਹਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਦੇਖਦੇ ਹਾਂ ਇਟਲੀ ਦੀ ਸਿਚੁਏਸ਼ਨ ਸਾਨੂੰ ਕੀ ਕਹਿੰਦੀ ਹੈ। ਅੱਜ ਇਟਲੀ ਦੇ ਵਿੱਚ 888 ਨਵਾਂ ਕੇਸ, 13 ਦੀ ਹੋਈ ਮੌਤ, 1529 ਟੋਟਲ ਮਰੀਜ਼ ਠੀਕ ਹੈ। 40,426 ਇਟਲੀ ਦੇ ਵਿੱਚ ਅੱਜ ਵੀ ਪੋਜ਼ੀਟਿਵ ਮਰੀਜ਼ ਨੇ, ਜਿਨ੍ਹਾਂ ਦੇ ਵਿੱਚੋਂ 158 ਆਪਣੇ ICU ਦੇ ਵਿੱਚ ਨੇ। 1149 ਕੋਵਿਡ ਦੇ ਸਿੰਮਟਮ ਦੇ ਨਾਲ ਹੌਸਪੀਟਲਾਂ ਦੇ ਵਿੱਚ। 39,119 ਬੰਦਾ ਘਰਾਂ ਦੇ ਵਿੱਚ ਕੁਆਰੰਟਾਈਨ ਕੀਤਾ ਗਿਆ ਜੀ। ਗੱਲ ਜੇਕਰ ਅਸੀਂ ਟੈਸਟਾਂ ਦੀ ਕਰੀਏ ਤਾਂ 1,43,332 ਟੋਟਲ ਟੈਸਟ, 0.97 ਆਪਣੀ ਤਾਸੋ ਦੀ ਪੋਜ਼ੀਟਿਵਿਟੀ ਚੱਲ ਰਹੀ ਹੈ ਜੀ। 1000 ਟੈਸਟਾਂ ਦੇ ਪਿੱਛੇ 9 ਅਤੇ 10,000 ਪਿੱਛੇ 97 ਬੰਦੇ ਪੋਜ਼ੀਟਿਵ ਆ ਰਹੇ ਸਨ। ਜੇਕਰ ਅਸੀਂ ਗੱਲ ਕਰੀਏ ਆਪਣੇ ਅੱਜ ਦੀਆਂ ਟੌਪ 5 ਸਟੇਟਾਂ ਦੀ, ਤਾਂ ਲੋਂਬਰਡੀਆ ਦੇ ਵਿੱਚ 250 ਕੇਸ, ਸਿਚੀਲੀਆ ਦੇ ਵਿੱਚ 183, ਕੰਪਾਨੀਆ ਦੇ ਵਿੱਚ 169, ਲਾਤਸੀਓ ਦੇ ਵਿੱਚ 164 ਅਤੇ ਵੇਨੇਤੋ ਦੇ ਵਿੱਚ 125 ਨਵਾਂ ਕੇਸ ਦਰਜ ਹੋਇਆ ਜੀ। ਸਭ ਤੋਂ ਪਹਿਲੇ ਅਪਡੇਟ ਵੱਲ ਚੱਲਦੇ ਹਾਂ ਜੀ। ਜੋ ਅਪਡੇਟ ਪਹਿਲਾਂ ਆ ਰਿਹਾ ਜੀ ਉਹ ਆ ਇੰਡੀਆ ਤੋਂ ਫਲਾਈਟ ਜਿਹੜੀ ਚੱਲਣੀ ਸੀ ਅੱਜ 12 ਤਰੀਕ ਨੂੰ ਇੰਡੀਆ ਤੋਂ ਫਲਾਈਟ ਚੱਲਣੀ ਸੀ, ਇਟਲੀ ਦੇ ਵੱਲ ਰਵਾਨਾ ਹੋਣੀ ਸੀ। ਉਹ ਫਲਾਈਟ ਇਟਲੀ ਤੋਂ ਇੰਡੀਆ ਤੋਂ ਰਵਾਨਾ ਹੋ ਚੁੱਕੀ ਹੈ ਜੀ, ਦਿੱਲੀ ਦੇ ਏਅਰਪੋਰਟ ਤੋਂ। ਅਤੇ ਸਭ ਤੋਂ ਪਹਿਲਾਂ ਆਪਣੇ ਸੈਰਬੀਆ ਦੇ ਵਿੱਚ ਆਉਣੀ ਹੈ। 14 ਦਿਨਾਂ ਦੇ ਕੁਆਰੰਟਾਈਨ ਹੋਣ ਤੋਂ ਬਾਅਦ ਇਹ ਫਲਾਈਟ ਜਿਹੜੀ ਇਟਲੀ ਦੇ ਵਿੱਚ ਪਹੁੰਚੂਗੀ ਜੀ। 12 ਤਰੀਕ ਵਾਲੀ, 9 ਤਰੀਕ ਵਾਲੀ, ਇਹ ਦੋਵੇਂ ਫਲਾਈਟਾਂ ਚੱਲ ਗਈਆਂ ਨੇ ਜੀ। ਸਪਾਈਸ ਜੈਟ ਜਿਹੜਾ ਇਹਦੇ ਵਿੱਚ ਆਈਆਂ ਨੇ। ਹਾਂਜੀ, ਰੇਟ ਇਹਨਾਂ ਦਾ ਥੋੜ੍ਹਾ ਜਿਹਾ ਕੋਸਟਲੀ ਹੈ। ਜੇਕਰ ਤੁਸੀਂ ਅਫੋਰਡ ਨਹੀਂ ਕਰ ਸਕਦੇ ਤਾਂ ਤੁਸੀਂ 30 ਤਰੀਕ ਤੱਕ ਉਡੀਕ ਸਕਦੇ ਹੋ, ਜੇਕਰ ਤੁਸੀਂ ਇੰਡੀਆ ਦੇ ਵਿੱਚ ਇਸ ਟਾਈਮ ਫਸੇ ਹੋਏ ਹੋ ਜੀ। 30 ਤੋਂ ਬਾਅਦ ਜਿੱਦਾਂ ਸਾਨੂੰ ਜੂਨ ਦੇ ਵਿੱਚ ਆਸ ਸੀਗੇ ਟਿਕਟਾਂ ਜਿਹੜੀਆਂ ਚੱਲਣਗੀਆਂ ਫਲਾਈਟਾਂ ਨੋਰਮਲੀ, ਉਸ ਤਰ੍ਹਾਂ ਹੀ ਸਾਨੂੰ ਜਿਹੜੀ ਆ 30 ਜੁਲਾਈ 'ਚ ਵੀ ਪੂਰੀ ਆਸ ਆ ਕਿ ਸ਼ਾਇਦ ਮੈਂ ਕਹਿ ਰਿਹਾ ਜੀ ਕਿ ਸ਼ਾਇਦ ਟਰੈਵਲ ਬੈਨ ਅੱਗੇ ਨਾ ਵਧੇ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਸਭ ਤੋਂ ਪਹਿਲਾਂ ਜਿਹੜਾ ਅਪਡੇਟ ਆ ਰਿਹਾ ਜੀ ਉਹ ਅਪਡੇਟ ਹੈ ਬੋਨਸ ਵੱਲੋਂ। ਆਪਣੇ ਇੰਪਸ ਨੇ ਦਿੱਤੀ ਜੀ ਖੁਸ਼ਖਬਰੀ ਦਿੱਤੀਆਂ ਨੇ। ਇੰਪਸ ਨੇ ਬੰਦਿਆਂ ਨੂੰ ਖੁਸ਼ ਕਰ ਦਿੱਤਾ ਜੀ। ਬੋਨਸ ਦੇ ਦਮਾਂਦੇ ਜਿਨ੍ਹਾਂ ਵੀ ਬੰਦਿਆਂ ਨੇ ਕੀਤੇ ਸੀ, ਜਿਹੜਾ ਬੋਨਸ 1600 ਯੂਰੋ ਵਾਲਾ ਦਮਾਂਦਾ ਸੀ ਜਾਂ ਫਿਰ ਬੋਨਸ 2400 ਯੂਰੋ ਜਿਹੜੇ ਦਮਾਂਦੇ ਸੀਗੇ, ਉਹਨਾਂ ਦੇ ਦੱਸਦੇ ਕਿ ਪੈਸੇ ਜੁਲਾਈ ਦੇ ਮਹੀਨੇ ਦੇ ਵਿੱਚ ਉਹ ਆਪਾਂ ਕਹਿ ਦਿੰਦੇ ਹਾਂ ਕਿ ਤਾਲੇ ਖੋਲ੍ਹ ਦਿੱਤੇ ਗਏ ਨੇ, ਉਹਨਾਂ ਨੂੰ ਇਸ਼ੂ ਕਰ ਦਿੱਤਾ ਗਿਆ ਜੀ, ਬਲੌਕ ਕਰ ਦਿੱਤੇ ਗਏ ਨੇ। ਜਿਨ੍ਹਾਂ ਵੀ ਬੰਦਿਆਂ ਨੇ ਬੋਨਸ 1600 ਦਾ ਦਮਾਂਦਾ ਕੀਤਾ ਸੀ ਜਾਂ ਫਿਰ ਬੋਨਸ 2400 ਦਾ ਦਮਾਂਦਾ ਕੀਤਾ ਸੀ, ਉਹਨਾਂ ਸਾਰਿਆਂ ਨੂੰ ਜਿਹੜੇ ਅਕਾਊਂਟਾਂ ਦੇ ਵਿੱਚ ਪੈਸੇ ਆ 20 ਜੁਲਾਈ ਤੋਂ ਆਉਣੇ ਸ਼ੁਰੂ ਹੋ ਜਾਣੇ। ਬਿਲਕੁਲ ਸਹੀ ਤੁਸੀਂ ਸੁਣਿਆ ਕਿ 20 ਜੁਲਾਈ ਤੋਂ ਤੁਹਾਡੇ ਅਕਾਊਂਟਾਂ ਦੇ ਵਿੱਚ ਬੋਨਸ 1600 ਅਤੇ ਬੋਨਸ 2400 ਦੇ ਜਿਹੜੇ ਦਮਾਂਦੇ ਆ ਆਉਣੇ ਸ਼ੁਰੂ ਹੋ ਜਾਣੇ। ਜੇਕਰ 20, 22, 24 ਤੱਕ ਤੁਹਾਨੂੰ ਨਹੀਂ ਆਉਂਦੇ ਤਾਂ ਫਿਰ ਜਿਸ ਨੇ ਦਮਾਂਦਾ ਕੀਤਾ ਉਹਦੇ ਨਾਲ ਕੰਟੈਕਟ ਕਰੋ। ਨੋਰਮਲ ਇਹਨਾਂ ਦਿਨਾਂ ਦੇ ਵਿੱਚ ਆਉਣੇ ਚਾਹੀਦੇ ਆ ਜੀ। ਉਸ ਤੋਂ ਬਾਅਦ ਇੰਪਸ ਵੱਲੋਂ ਇੱਕ ਹੋਰ ਖੁਸ਼ਖਬਰੀ ਆਈ ਆ, ਉਹ ਹੈ ਜੀ ਬੋਨਸ 100 ਯੂਰੋ ਦੀ। ਇਹ ਹੋਰ ਨਹੀਂ, ਜਿਹੜਾ ਪੁਰਾਣਾ ਬੋਨਸ ਰੈਂਸੀ ਆ ਉਹੀ ਹੈ ਜੀ, ਤਰਾਤਾਮੈਂਟੋ ਇੰਟੀਗ੍ਰਾਟਿਵੋ। ਇਹ ਵੀ 19 ਤੋਂ 22 ਜੁਲਾਈ ਦੇ ਵਿੱਚ ਆਉਣਾ ਸ਼ੁਰੂ ਹੋ ਜਾਣਾ। ਪਾਗੇ ਬੂਸਤੇ ਦੇ ਵਿੱਚ ਤੁਹਾਨੂੰ 100 ਯੂਰੋ ਐਕਸਟਰਾ ਮਿਲਣਾ। ਮੰਨ ਲਓ ਤੁਸੀਂ 1000 ਦਾ ਕੰਮ ਕੀਤਾ ਤਾਂ ਤੁਹਾਨੂੰ ਜਿਹੜੇ ਪੈਸੇ ਆ ਫਿਰ 1100 ਮਿਲਣੇ, ਐਕਸਟਰਾ ਬੋਨਸ ਤੁਹਾਨੂੰ ਮਿਲਣਾ ਜੀ। ਉਸ ਤੋਂ ਬਾਅਦ ਇੱਕ ਬਹੁਤ ਤਕੜਾ ਅਪਡੇਟ ਇੰਪਸ ਨੇ ਹੋਰ ਦਿੱਤਾ, ਉਹ ਆ ਜੀ 15 ਅਗਸਤ ਤੋਂ ਰੈਡੀਤੋ ਦੀ ਐਮਰਜੈਂਸਾ 20, ਜੋ ਕਿ 4 ਰਾਤੇ ਹੋਣਗੇ, 4 ਮਹੀਨੇ ਮਿਲਣਾ। 400 ਯੂਰੋ ਤੋਂ ਲੈ ਕੇ 800 ਯੂਰੋ ਤੱਕ, ਜਿਹੜਾ ਵੱਧ ਤੋਂ ਵੱਧ 800 ਯੂਰੋ ਮਿਲਣਾ ਤੁਹਾਨੂੰ ਮਿਲ ਸਕਦੇ ਨੇ। 15 ਅਗਸਤ ਤੋਂ ਇੰਪਸ ਨੇ ਇੱਕ ਵਾਰ ਫਿਰ ਦੱਸਣਾ ਕਿ ਤੁਸੀਂ ਜਿਹੜਾ ਆਪਣਾ ਰੈਡੀਤੋ ਦੀ ਐਮਰਜੈਂਸਾ 20 ਨੂੰ ਕਦੋਂ ਅਤੇ ਕਿਸ ਟਾਈਮ ਤੋਂ ਕਰ ਸਕਦੇ ਹੋ। ਵਾਹਿਗੁਰੂ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਜੋ ਆਪਣਾ ਅਪਡੇਟ ਆ ਰਿਹਾ ਜੀ ਛੜਿਆਂ ਨੂੰ ਲੈ ਕੇ, ਜਿਨ੍ਹਾਂ ਦਾ ਹਜੇ ਵਿਆਹ ਨਹੀਂ ਹੋਇਆ, ਵਿਆਹ ਕਰਨ ਦੇ ਇਛੁਕ ਨੇ, ਵਿਆਹ ਕਰਵਾਉਣਾ ਇਟਲੀ ਦੇ ਵਿੱਚ ਚਾਹੁੰਦੇ ਨੇ ਤਾਂ ਤੁਸੀਂ ਕਰਵਾਓ। ਸਰਕਾਰ ਤੁਹਾਨੂੰ 25,000 ਯੂਰੋ ਤੱਕ ਦੇ ਰਹੀ ਆ। ਹੁਣ ਇਹ ਜੋ 25,000 ਯੂਰੋ ਤੁਹਾਨੂੰ ਮਿਲਣਾ ਕਿੱਦਾਂ? ਦੇਖੋ ਜੀ 25,000 ਯੂਰੋ ਲੈਣ ਦੇ ਲਈ ਕੁਛ ਹੋਰ ਕਰਨ ਦੀ ਲੋੜ ਨਹੀਂ ਹੈਗੀ। ਤੁਹਾਨੂੰ ਆਪਣੇ ਲਈ ਲਾੜੀ ਲੱਭਣ ਦੀ ਲੋੜ ਆ, ਲਾੜਾ ਲਾੜੀ ਵਿਆਹ ਕਰਵਾਉਣ ਅਤੇ 25,000 ਸਰਕਾਰ ਦੇ ਕੋਲ ਲੈ ਲੈਣ। ਇੰਨਾ ਵੀ ਸੌਖਾ ਨਹੀਂ ਹੈਗਾ। 2021 ਦੇ ਵਿੱਚ ਜੇਕਰ ਤੁਸੀਂ ਵਿਆਹ ਕਰਵਾਉਂਦੇ ਹੋ ਤਾਂ ਸਰਕਾਰ ਨੇ 6 ਕਰੋੜ ਯੂਰੋ ਦੇ ਫੰਡ ਇੱਕ ਸਾਈਡ 'ਤੇ ਰੱਖਿਓ, ਹਰ ਕਿ ਜਿਹੜੇ ਨਵ ਵਿਆਹਤਾ ਜੋੜੇ ਨੇ ਜਾਂ ਫਿਰ ਨਿਊਡ ਮੈਰਿਡ ਕਪਲ ਆ, ਉਹਨਾਂ ਦੇ ਕੋਲ ਜੇਬ ਦੇ ਵਿੱਚ ਖਰਚਾ ਹੋਵੇ, ਬਾਅਦ ਵਿੱਚ ਜਿਹੜੇ ਪੈਸੇ ਉਹਨਾਂ ਦੇ ਕੋਲ ਬਚ ਸਕਣ। ਹੁਣ ਦੇਖੋ ਇਹਦੇ ਵਿੱਚ ਜੋ 25% ਤੱਕ ਤੁਹਾਨੂੰ ਸਰਕਾਰ ਛੂਟ ਦੇ ਰਹੀ ਹੈ, ਉਹ ਇਹ ਹੈ ਕਿ ਜੇਕਰ ਤੁਸੀਂ 1 ਲੱਖ ਯੂਰੋ ਤੱਕ ਖਰਚਾ ਕਰਦੇ ਹੋ ਤਾਂ ਤੁਹਾਨੂੰ 25,000 ਯੂਰੋ
ਮਿਲ ਜਾਣਾ। ਜਿੰਨੇ ਵੀ ਤੁਸੀਂ ਸਪੇਜ਼ੇ ਕਰਨੇ ਆ, ਚਾਹੇ ਉਹ ਹਲਵਾਈ ਦੇ ਹੋਣ, ਚਾਹੇ ਉਹ ਕੈਟਰਿੰਗ ਦੀ ਸਰਵਿਸ ਹੋਵੇ, ਚਾਹੇ ਉਹ ਫੋਟੋਗ੍ਰਾਫਰ ਦੀ ਹੋਵੇ, ਜਾਂ ਉਸ ਤੋਂ ਬਾਅਦ ਜਿਹੜੇ ਲਹਿੰਗਾ ਹੋ ਗਿਆ ਜਾਂ ਫਿਰ ਸ਼ੇਰਵਾਨੀਆਂ ਹੋ ਗਈਆਂ ਜਿਹਨੂੰ ਅਸੀਂ ਵਿਸਤੀਤੀ ਕਹਿੰਦੇ, ਉਹ ਹੋ ਗਏ ਨਾ। ਇਸ ਦੇ ਨਾਲ ਜਿਹੜੀਆਂ ਫੁੱਲ ਵਾਲਿਆਂ ਨੇ ਜਿਹੜੇ ਫੁੱਲਾਂ ਦੀ ਡੈਕੋਰੇਸ਼ਨ ਕੀਤੀ ਹੁੰਦੀ ਹੈ, ਉਹ ਪੈਸਾ ਵੀ ਵਿੱਚ ਆਉਂਦਾ। ਅਤੇ ਖਾਣ ਪੀਣ ਦਾ, ਕਹਿਣ ਦਾ ਮਤਲਬ A ਤੋਂ ਲੈ ਕੇ Z ਤੱਕ ਦਾ ਜਿਹੜਾ ਖਰਚਾ ਇਹ ਵਿੱਚ ਪਾ ਕੇ ਜਿੰਨਾ ਤੁਹਾਡਾ ਖਰਚਾ ਆਇਆ ਉਹਦਾ 25% ਐਰੋ ਤੱਕ ਤੁਹਾਨੂੰ ਸਰਕਾਰ ਨੇ ਦੇਣਾ, ਅਤੇ ਵੱਧ ਤੋਂ ਵੱਧ ਤੁਸੀਂ 25,000 ਐਰੋ ਤੱਕ ਆਪਣਾ ਵਾਪਸ ਲੈ ਸਕਦੇ ਹੋ। ਕਹਿਣ ਦਾ ਮਤਲਬ ਜੀ ਖੁੱਲ੍ਹ ਕੇ ਖਰਚਾ ਕਰੋ ਜੀ, 1 ਲੱਖ ਐਰੋ ਤੱਕ ਕਰੋ ਖਰਚਾ ਆਪਣੇ ਵਿਆਹ 'ਤੇ 25,000 ਪਾਓ ਜੇਬ ਵਿੱਚ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਜਿਸ ਤਰ੍ਹਾਂ ਕਿ ਦੁਪਹਿਰ ਦੀਆਂ ਖਬਰਾਂ ਦੇ ਵਿੱਚ ਤੁਹਾਨੂੰ ਦੱਸਿਆ, ਇਟਲੀ ਦੇ ਵਿੱਚ ਇੱਕ ਵਾਰ ਫੇਰ ਵਾਈਟ ਜ਼ੋਨ ਨੂੰ ਛੱਡ ਕੇ ਪੀਲੇ ਜ਼ੋਨ ਸ਼ੁਰੂ ਹੋ ਸਕਦੇ। ਪੂਰੇ ਦਾ ਪੂਰਾ ਇਟਲੀ ਵੀ ਪੀਲਾ ਜ਼ੋਨ ਬਣ ਸਕਦਾ। ਪਰ 4 ਸਟੇਟਾਂ ਨੇ ਜਿਨ੍ਹਾਂ ਦੇ ਬਾਰੇ ਦੁਪਹਿਰੇ ਵੀ ਅਸੀਂ ਤੁਹਾਨੂੰ ਗੱਲ ਕੀਤੀ ਸੀ ਕਿ ਉਹਨਾਂ ਦਾ ਫੈਸਲਾ ਕਾਫੀ ਹੱਦ ਤੱਕ ਹੋ ਸਕਦਾ ਜੀ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਪਾਰਲੀਮੈਂਟ ਦੇ ਵਿੱਚ ਇੱਕ ਪਾਰਲੀਮੈਂਟ ਦਾ ਜਿਹੜਾ ਮੈਂਬਰ ਆ ਪੋਜ਼ੀਟਿਵ ਪਾਇਆ ਗਿਆ, ਜਿਸ ਦੇ ਕਾਰਨ ਪੂਰੀ ਦੀ ਪੂਰੀ ਜਿਹੜੀ ਇੱਥੇ ਮੀਟਿੰਗ ਹੋਣੀ ਸੀ ਉਹਨੂੰ ਰੱਦ ਕਰ ਦਿੱਤਾ ਗਿਆ, ਅਤੇ ਹੁਣ ਸਾਰਿਆਂ ਦੇ ਟੈਸਟ ਕੀਤੇ ਜਾਣਗੇ। ਜੇਕਰ ਨੈਗੇਟਿਵ ਆਉਂਦੇ ਤਾਂ ਦੁਬਾਰਾ ਹੀ ਕੋਈ ਫੈਸਲਾ ਲਿਆ ਜਾਊਗਾ ਜੀ, ਜਿਹੜਾ ਨੈਗੇਟਿਵ ਹੋਣ 'ਤੇ ਹੀ ਆਉਣਾ ਜੀ। ਇੱਕ ਹੋਰ ਗੁੱਡ ਨਿਊਜ਼ ਆ ਜੀ, ਅੱਜ ਦੀ ਜੋ ਸ਼ੁਰੂਆਤ ਅਸੀਂ ਗੁੱਡ ਨਿਊਜ਼ ਵੱਲੋਂ ਹੀ ਕਰ ਰਹੇ ਹਾਂ ਜੀ। ਇਟਲੀ ਦੇ ਵਿੱਚ ਵੈਕਸੀਨ ਆ ਜਿਸ ਦਾ ਨਾਮ ਆ ਜੀ ਰਈਥੇਰਾ ਇਟਾਲੀਅਨ ਇੱਕ ਐਸੀ ਵੈਕਸੀਨ ਆ ਜੀ ਜਿਹਨੇ ਆਪਣੀਆਂ ਝੰਡੇ ਗੱਡ ਦਿੱਤੇ ਨੇ। ਦੂਸਰਾ ਟਰਾਇਲ ਦੇ ਵਿੱਚ ਉਹਨੇ ਦੱਸਿਆ ਕਿ ਪਹਿਲੇ ਵੈਕਸੀਨ ਦੇ ਡੋਜ਼ ਦੇ ਨਾਲ 93% ਅਤੇ ਦੂਸਰੇ ਵੈਕਸੀਨ ਦੇ ਡੋਜ਼ ਦੇ ਨਾਲ 99% ਤੱਕ ਫਾਇਦਾ ਹੋ ਰਿਹਾ ਜੀ। ਕਹਿਣ ਦਾ ਮਤਲਬ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਪ੍ਰਾਪਤ ਹੋਈ ਹੈ ਜੀ ਇਟਾਲੀਅਨ ਵੈਕਸੀਨ ਨੂੰ। ਇੰਨਾ ਵਧੀਆ ਕਿਸੇ ਵੀ ਵੈਕਸੀਨ ਨੇ ਕੰਮ ਨਹੀਂ ਕੀਤਾ ਜਿੰਨਾ ਰਈਥੇਰਾ ਵੈਕਸੀਨ ਕਰ ਰਹੀ ਹੈ। ਇਟਲੀ ਦੀ ਜਿਹੜੀ ਵੈਕਸੀਨ ਆ ਬਹੁਤ ਹੀ ਜਲਦ ਦੱਸਿਆ ਜਾ ਰਿਹਾ ਕਿ 9ਵੇਂ ਮਹੀਨੇ ਜਾਂ 10ਵੇਂ ਮਹੀਨੇ ਦੇ ਵਿੱਚ ਸਾਰੇ ਬੰਦਿਆਂ ਦੇ ਉੱਤੇ ਲਾਂਚ ਹੋ ਜਾਣੀਆਂ ਜੀ। ਪਹਿਲੀ ਵੈਕਸੀਨ ਦੇ ਨਾਲ 93% ਤੱਕ ਬੰਦੇ ਦਾ ਡਿਫੈਂਸ ਬਣ ਜਾਂਦਾ, ਅਤੇ ਦੂਸਰੀ ਵੈਕਸੀਨ ਦੇ ਨਾਲ 99% ਤੱਕ ਇਹ ਕੰਮ ਕਰਦੀ ਹੈ। ਇਟਾਲੀਅਨ ਵੈਕਸੀਨ ਦਾ ਨਾਮ ਰਈਥੇਰਾ ਜੀ, ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਜੀ। ਵੱਧਦੇ ਹਾਂ ਜੀ ਅਗਲੇ ਅਪਡੇਟ ਵੱਲ। ਅਗਲਾ ਅਪਡੇਟ ਜੋ ਆ ਰਿਹਾ ਜੀ, ਇਹ ਆ ਰਿਹਾ ਜੀ ਵਨੇਸੀਆ ਤੋਂ। ਦੁਪਹਿਰ ਦੀਆਂ ਖਬਰਾਂ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਕਿ ਇੱਕ ਲਾਸ਼ ਇਟਲੀ ਦੇ ਵਿੱਚ ਬਰਾਮਦ ਹੋਈ ਹੈ। ਵਨੇਸੀਆ ਦੇ ਜਿਹੜੇ ਪਾਣੀ ਦੇ ਵਿੱਚ ਲਾਸ਼ ਬਰਾਮਦ ਹੋਈ ਹੈ। ਇਹ ਜੋ ਬੰਦੇ ਦੀ ਲਾਸ਼ ਬਰਾਮਦ ਹੋਈ ਹੈ, ਇਹਨੇ ਜਿਹੜੇ ਨਹਾਉਣ ਵਾਲੇ ਕੱਪੜੇ ਪਾਏ ਸੀ, ਜਿਸ ਤੋਂ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਇਹ ਬੰਦਾ ਜਸ਼ਨ ਮਨਾਉਂਦਾ ਹੋਇਆ ਨਹੀਂ ਮਰਿਆ। ਇਹ ਬੰਦਾ ਜਿਹੜਾ ਮਰਿਆ ਕਿਸ ਹਿਸਾਬ ਨਾਲ ਮਰਿਆ, ਸ਼ਾਇਦ ਕਿਸੇ ਹੋਰ ਐਕਸੀਡੈਂਟ ਦੇ ਕਾਰਨ ਹੋਇਆ। ਅਗਲੇ ਅਪਡੇਟ ਵੱਲ ਚੱਲਦੇ ਹਾਂ। ਅਗਲਾ ਅਪਡੇਟ ਆ ਰਿਹਾ ਜੀ ਆਪਣਾ ਕਾਲੀਅਰੀ ਤੋਂ, ਜਿੱਥੇ ਇੱਕ 34 ਸਾਲ ਦਾ ਬੰਦਾ ਉਹਨੂੰ ਅਰੈਸਟ ਕਰ ਲਿਆ ਗਿਆ। ਅਰੈਸਟ ਕਰਨ ਦਾ ਕਾਰਨ ਕੀ ਹੈ ਕਿ ਉਹ ਆਪਣੀ ਘਰਵਾਲੀ ਅਤੇ ਆਪਣੀ ਜਿਹੜੇ ਮੁੰਡੇ ਹੀ ਨਿਆਣੇ ਸੀ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਕੁੱਟਮਾਰ ਕਰਦਾ ਸੀ, ਅਤੇ ਕੁੱਟਮਾਰ ਦੇ ਹਿੰਸਾ ਦੇ ਚੱਕਰ ਦੇ ਵਿੱਚ ਇਹਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਜੀ। ਉਸ ਤੋਂ ਬਾਅਦ ਇੱਕ ਹੋਰ ਅਪਡੇਟ ਹੈ, ਇੱਕ ਔਰਤ ਨੇ ਆਪਣੇ ਹੀ ਆਦਮੀ ਦਾ ਕਤਲ ਕਰ ਦਿੱਤਾ ਜੀ। ਕਤਲ ਕਰਨ ਦਾ ਕਾਰਨ ਕੀ ਹੈ, ਦੱਸਿਆ ਜਾ ਰਿਹਾ ਕਿ ਉਸ ਦਾ ਜਿਹੜਾ ਆਦਮੀ ਹੈ ਉਹਦੇ ਨਾਲ ਕਾਫੀ ਟਾਈਮ ਤੋਂ ਉਹਦਾ ਸ਼ੋਸ਼ਣ ਕਰ ਰਿਹਾ ਸੀ, ਅਤੇ ਉਹਦੇ ਨਾਲ ਕੁੱਟਮਾਰ ਕਰ ਰਿਹਾ ਸੀ। ਉਹਦਾ ਬੱਚਾ ਅਤੇ ਉਸ ਦੀ ਜਿਹੜੀ ਘਰਵਾਲੀ ਆ, ਦੋਨੇ ਬਹੁਤ ਹੀ ਜ਼ਿਆਦਾ ਤੰਗ ਸੀ। ਉਹਨੇ ਦੱਸਿਆ ਕਿ ਇਹਨੂੰ ਮਾਰਨ ਦੇ ਲਈ ਸਭ ਤੋਂ ਪਹਿਲਾਂ ਮੈਂ ਇਹਨੂੰ ਬੇਹੋਸ਼ ਕੀਤਾ ਤਾਂ ਜੋ ਮੇਰੇ ਨਾਲ ਇਹ ਹਾਥਾਪਾਈ ਨਾ ਹੋਵੇ। ਜਾਣੀ ਕਹਿਣ ਦਾ ਮਤਲਬ ਮੋਰਿਓ ਜੇਕਰ ਉਹ ਕੁੱਟਦਾ ਤਾਂ 64 ਸਾਲ ਜਿਹੜਾ ਬੰਦਾ ਸੀ ਕਿ ਉਹ ਪ੍ਰੋਬਲਮ ਕਰ ਸਕਦਾ ਸੀ। ਹੁਣ ਉਹਨੂੰ ਮਾਰ ਦਿੱਤਾ, ਕਹਿੰਦੀ ਵੀ ਮੈਂ ਬੇਹੋਸ਼ ਕਰਕੇ ਇਹਨੂੰ ਮਾਰਿਆ ਜੀ। ਅਗਲਾ ਅਪਡੇਟ ਆ ਰਿਹਾ ਜੀ। ਅਗਲਾ ਅਪਡੇਟ ਆਪਣਾ ਆ ਰਿਹਾ ਪੂਲੀਆ ਤੋਂ। ਪੂਲੀਆ ਦੇ ਵਿੱਚ 23 ਫੈਮਲੀਆਂ 23 ਵਿਕਟਮ ਸਨ, ਜੋ ਕਿ 12 ਜੁਲਾਈ 2016 ਦੇ ਵਿੱਚ ਟ੍ਰੇਨਾਂ ਦਾ ਹਾਦਸਾ ਹੋਇਆ ਸੀਗਾ, ਜਿਹਦੇ ਵਿੱਚ 23 ਬੰਦਿਆਂ ਦੀ ਮੌਤ ਹੋਈ ਸੀ। ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਨੇ, ਹੁਣ ਘਰ ਪਰਿਵਾਰ ਨੇ ਅੱਜ ਤੱਕ 2021 ਦੇ ਵਿੱਚ ਫੈਸਲੇ ਦੀ ਘੜੀ ਨੂੰ ਉਡੀਕ ਰਹੇ ਨੇ ਕਿ ਕਿਸ ਟਾਈਮ ਇਹਨਾਂ ਦੀ ਵਾਰੀ ਆਵੇ ਅਤੇ ਇਹਨਾਂ ਨੂੰ ਨਿਆਂ ਮਿਲੇ ਕਿ ਜਿਹੜੇ 23 ਬੰਦਿਆਂ ਦੀ ਮੌਤ ਹੋਈ ਆ, ਅਸਲ ਦੇ ਵਿੱਚ ਉਹਨਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਸੀ। ਇਸ ਟਾਈਮ ਸਰਕਾਰ ਹੁਣ ਵੀ ਚੁੱਪ ਹੈ ਜੀ, ਕੁਛ ਵੀ ਗੱਲ ਨਹੀਂ ਸਾਹਮਣੇ ਆ ਰਹੀ, ਅਤੇ ਇਹ ਜਿਸ ਕਾਰਨ ਜਿਹੜੇ ਉਹਨਾਂ ਦੇ ਜਿੰਨੇ ਵੀ ਫੈਮਿਲੀ ਮੈਂਬਰ ਆ ਅਤੇ ਮ੍ਰਿਤਕ ਜਿਹੜੇ ਸਰੀਰ ਸਨ ਉਹਨਾਂ ਦੇ ਮਰਨ ਵਾਲੇ ਬੰਦਿਆਂ ਦੇ, ਹੁਣ ਵੀ ਸਰਕਾਰ ਦੇ ਕੋਲੋਂ ਫਰਿਆਦ ਕਰ ਰਹੀ ਹੈ ਕਿ ਸਾਨੂੰ ਜਿਹੜਾ ਨਿਆਂ ਦਿੱਤਾ ਜਾਵੇ। ਅਗਲਾ ਅਪਡੇਟ ਆ ਰਿਹਾ ਜੀ ਇੱਕ ਔਰਤ ਜਿਸ ਦੀ ਉਮਰ 42 ਸਾਲ ਸੀ, 7ਵੇਂ ਮਹੀਨੇ ਦੇ ਵਿੱਚ ਉਹਦਾ ਜਿਹੜਾ ਆਪਰੇਸ਼ਨ ਕਰਕੇ ਉਹਦੇ ਬੱਚੇ ਦੀ ਡਿਲੀਵਰੀ ਕਰਨੀ ਪਈ, ਅਤੇ 7:30 ਵਜੇ ਦੱਸਿਆ ਜਾ ਰਿਹਾ ਕਿ ਉਹਨੂੰ ਹੌਸਪੀਟਲ ਲੈ ਕੇ ਗਏ, ਅਤੇ 10:30 ਵਜੇ ਉਹਦੇ ਘਰ ਵਾਲੇ ਨੂੰ ਮੈਸੇਜ ਆਉਂਦਾ ਕਿ ਡਿਲੀਵਰੀ ਦੇ ਟਾਈਮ ਉਸਦੀ ਘਰਵਾਲੀ ਦੀ ਮੌਤ ਹੋ ਗਈ ਹੈ। ਅਤੇ ਇਸ ਮੌਤ ਦੀ ਖਬਰ 'ਤੇ ਲੈ ਕੇ ਉਹਨੇ ਹੌਸਪੀਟਲ ਦੇ ਸਿਰ ਹੀ ਕੇਸ ਕਰ ਦਿੱਤਾ ਕਿ ਮੈਂ ਆਪਣੀ ਘਰਵਾਲੀ ਨੂੰ ਬਿਲਕੁਲ ਠੀਕ ਸਹੀ ਸਲਾਮਤ ਛੱਡ ਕੇ ਗਿਆ ਸੀਗਾ, ਇੱਦਾਂ ਕਿੱਦਾਂ ਹੋ ਗਿਆ ਕਿ ਇੱਕ
ਥੋੜ੍ਹੇ ਕੁ ਟਾਈਮ ਦੇ ਵਿੱਚ ਹੀ ਡਿਲੀਵਰੀ ਦੇ ਵਿੱਚ ਹੀ ਉਹਦੀ ਮੌਤ ਹੋ ਜਾਏ। ਜਿਸ ਤਰ੍ਹਾਂ ਇਹ ਗੱਲ ਕੋਈ ਸਾਹਮਣੇ ਆਉਂਦੀ ਤਾਂ ਇਹਦੇ ਬਾਰੇ ਵੀ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ। ਜੇਕਰ ਤੁਹਾਡੇ ਨਾਲ ਨੋਰਮਲੀ ਅਸੀਂ ਬਹੁਤ ਵਾਰ ਸੁਣਦੇ ਹਾਂ ਕਿ ਜਿਹੜੇ ਹੌਸਪੀਟਲਾਂ ਵਾਲੇ ਆਪਣੇ ਬੰਦਿਆਂ ਦੇ ਨਾਲ ਸਰੰਗੀ ਦੇ ਨਾਲ ਗਲਤ ਵਿਵਹਾਰ ਕਰਦੇ ਆ, ਗਲਤ ਤਰੀਕੇ ਦੇ ਨਾਲ ਟਰੀਟ ਕਰਦੇ ਆ। ਜੇਕਰ ਕੋਈ ਇੱਦਾਂ ਕਰੇ ਤਾਂ ਅਸੀਂ ਉਹਨਾਂ ਦੇ ਸਿਰ ਕੇਸ ਕਰ ਸਕਦੇ ਹਾਂ, ਹੌਸਪੀਟਲ ਦੇ ਸਿਰ ਵੀ ਕੇਸ ਹੋ ਸਕਦਾ, ਜਿਸ ਤਰ੍ਹਾਂ ਇਸ ਬੰਦੇ ਨੇ ਇਟਲੀ ਦੇ ਵਿੱਚ ਕੀਤਾ ਜੀ। ਅਗਲਾ ਅਪਡੇਟ ਆ ਰਿਹਾ ਜੀ ਤੋਰੀਨੋ ਤੋਂ। ਤੋਰੀਨੋ ਦੇ ਵਿੱਚ ਇੱਕ ਮੁੰਡਾ ਚੌਥੀ ਮੰਜ਼ਿਲ ਤੱਕ ਚੜ੍ਹ ਕੇ ਜਾਂਦਾ ਜੀ। ਅਤੇ ਇਸ ਟਾਈਮ ਜਿਹੜੇ ਕਾਰਨ ਆ ਬਿਲਕੁਲ ਹੀ ਗੁਪਤ ਰੱਖੇ ਗਏ ਨੇ। ਕਿਹਨਾਂ ਕਾਰਨਾਂ ਦੇ ਕਾਰਨ ਇੱਕ ਮੁੰਡੇ ਨੂੰ ਚੌਥੀ ਮੰਜ਼ਿਲ ਦੀ ਬਿਲਡਿੰਗ ਦੇ ਚੌਥੇ ਮਾਲੇ ਤੱਕ ਇੱਕ ਜਿਹੜਾ ਪੈਪ ਦੇ ਸਹਾਰੇ ਨਾਲ ਚੜ੍ਹਨਾ ਪੈ ਗਿਆ। ਪਰ ਫਿਰ ਕੀ ਹੁੰਦਾ, ਚੌਥੀ ਮੰਜ਼ਿਲ 'ਤੇ ਜਾ ਕੇ ਇਹਦਾ ਜਿਹੜਾ ਪੈਰ ਖਿਸਕ ਜਾਂਦਾ ਹੈ ਅਤੇ ਬਹੁਤ ਹੀ ਥੱਲੇ ਬਹੁਤ ਹੀ ਬੁਰੀ ਤਰ੍ਹਾਂ ਥੱਲੇ ਡਿੱਗਦਾ, ਜਿਸ ਕਾਰਨ ਇਹਨੂੰ ਹੌਸਪੀਟਲਾਂ ਦੇ ਵਿੱਚ ਗੰਭੀਰ ਹਾਲਤਾਂ ਦੇ ਵਿੱਚ ਰੱਖਿਆ ਗਿਆ ਜੀ। ਅਤੇ ਦੇਖਦੇ ਹਾਂ ਜੀ ਸ਼ਾਇਦ ਇਹਦੀ ਜਿਹੜੀ ਸਿਹਤ ਆ ਬਹੁਤ ਹੀ ਛੇਤੀ ਠੀਕ ਹੋ ਜਾਏ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਆਪਣਾ ਅਪਡੇਟ ਮੋਂਦੇਲੋ ਤੋਂ ਆ ਰਿਹਾ ਜੀ, ਜਿੱਥੇ ਇੱਕ ਹੋਰ ਕੰਮ 'ਤੇ ਮੌਤ ਹੋਈ ਆ ਜੀ। ਮੌਤ ਹੋਣ ਦਾ ਕਾਰਨ ਕੀ ਹੈ ਕਿ ਬੰਦਾ ਜਿਹੜਾ ਬਹੁਤ ਹੀ ਜ਼ਿਆਦਾ ਉਚਾਈ ਤੋਂ ਡਿੱਗਿਆ। ਜਿਸ ਬੰਦੇ ਦੀ ਮੌਤ ਹੋਈ ਆ ਉਹ ਬੰਦੇ ਦੀ ਉਮਰ 42 ਸਾਲ ਦੱਸੀ ਜਾ ਰਹੀ ਹੈ। ਇਟਲੀ ਦੇ ਵਿੱਚ ਕੰਮਾਂ 'ਤੇ ਮੌਤਾਂ ਕਾਫੀ ਹੋ ਰਹੀਆਂ ਨੇ, ਜਿਨ੍ਹਾਂ ਨੂੰ ਦੇਖਦੇ ਹੋਏ ਸਰਕਾਰ ਕਾਫੀ ਕੜੇ ਜਿਹੜੇ ਫੈਸਲੇ ਲੈ ਸਕਦੀ ਹੈ ਜੀ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਅਪਡੇਟ ਆ ਰਿਹਾ ਜੀ, ਕੱਲ੍ਹ ਜਿਹੜਾ ਮੈਚ ਫਾਈਨਲ ਸੀਗਾ, ਫਾਈਨਲ ਤੋਂ ਬਾਅਦ ਕਾਫੀ ਇਟਲੀ ਜਾਂ ਇੰਗਲੈਂਡ ਦੇ ਵਿੱਚ ਹੋ ਸਕਦਾ ਹੈ ਕਿ ਨਵੇਂ ਕੇਸ ਬਣੇ ਹੋਣਗੇ, ਕਿਉਂਕਿ ਲੋਕਾਂ ਦੇ ਵਿੱਚ ਜਿਹੜਾ ਵਾਇਰਸ ਆ, ਕੀ ਪਤਾ ਕਿਸੇ ਨੂੰ ਪਤਾ ਹੀ ਨਹੀਂ ਕਿ ਉਹ ਬੰਦਾ ਇਨਫੈਕਟਡ ਆ ਅਤੇ ਕਿਸੇ ਹੋਰ ਬੰਦੇ ਦੇ ਕੋਲ ਖੜਾ ਜਾਂ ਆਪ ਠੀਕ ਆ ਕਿਸੇ ਹੋਰ ਇਨਫੈਕਟਡ ਬੰਦੇ ਦੇ ਕੋਲ ਖੜ੍ਹ ਕੇ ਮੈਚ ਦੇਖ ਰਿਹਾ ਸੀਗਾ, ਤਾਂ ਫਿਰ ਉਹਨਾਂ ਨੂੰ ਵੀ ਉਹ ਵੀ ਇਨਫੈਕਟ ਹੋ ਸਕਦੇ ਨੇ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਅਪਡੇਟ ਆ ਰਿਹਾ ਜੀ ਆਪਣਾ ਇੰਗਲੈਂਡ ਤੋਂ। ਇੰਗਲੈਂਡ ਦੇ ਵਿੱਚ ਲਾਸਟਲੀ 24 ਘੰਟਿਆਂ ਦੇ ਵਿੱਚ 34,471 ਨਵਾਂ ਕੇਸ, 6 ਮਰੀਜ਼ਾਂ ਦੀ ਹੋਈ ਮੌਤ ਜੀ। ਅਤੇ ਬੋਰਿਸ ਜੌਨਸਨ ਜੀ ਦਾ ਇੱਕ ਬਿਆਨ ਆ ਰਿਹਾ ਜੀ, ਕਹਿ ਰਹੇ ਨੇ ਕਿ ਅਸੀਂ ਸਭ ਕੁਝ ਖੋਲ੍ਹ ਦੇਣਾ ਪਰ ਲੋਕਾਂ ਦੇ ਉੱਤੇ ਹੀ ਛੱਡਾਂਗੇ। ਆਵਾਮ ਨੂੰ ਆਪ ਸਤਰਕ ਹੋਣ ਦੀ ਲੋੜ ਆ, ਆਪ ਸਾਵਧਾਨੀ ਵਰਤਣ ਦੀ ਲੋੜ ਆ ਜੀ। ਸਪੇਨ ਦੇ ਵਿੱਚ ਇੱਕ ਵਾਰ ਫਿਰ ਸਪੇਨ ਤੋਂ ਅਪਡੇਟ ਆ ਰਿਹਾ ਜੀ, 31 ਪਿੰਡਾਂ ਦੇ ਵਿੱਚ ਲੱਗ ਗਿਆ ਕਰਫਿਊ। 31 ਪਿੰਡਾਂ ਦੇ ਵਿੱਚ ਲੱਗਾ ਕਰਫਿਊ, ਰਾਤ ਨੂੰ ਕਰਫਿਊ ਲੱਗੂਗਾ ਦੱਸਿਆ ਜਾ ਰਿਹਾ। ਇੱਕ 'ਚ ਤਾਂ ਪਹਿਲਾਂ ਹੀ ਲੱਗਾ ਸੀ, ਟੋਟਲ 32 ਪਿੰਡ ਹੋ ਗਏ ਨੇ ਜਿਨ੍ਹਾਂ ਦੇ ਵਿੱਚ ਰਾਤ ਦੇ ਟਾਈਮ 14 ਦਿਨਾਂ ਦੇ ਲਈ ਕਰਫਿਊ ਲੱਗੂਗਾ ਜੀ। ਅਤੇ ਇਹ ਕਰਫਿਊ ਲੱਗਣਾ ਜੀ ਹਰ ਉਸ ਜਗ੍ਹਾ ਦੇ ਵਿੱਚ ਜਿਨ੍ਹਾਂ ਪਿੰਡਾਂ ਦੀ ਆਬਾਦੀ 5000 ਤੋਂ ਵੱਧ ਆ ਜੀ। ਦੱਸਿਆ ਜਾ ਰਿਹਾ ਕਿ ਅੱਜ ਤੋਂ ਹੀ ਇਹ ਜਿਹੜੇ ਕਰਫਿਊ ਦਾ ਟਾਈਮ ਸ਼ੁਰੂ ਹੋ ਗਿਆ। ਫਿਲਹਾਲ ਟਾਈਮਿੰਗ ਨਹੀਂ ਦੱਸਿਆ ਕਿੰਨੇ ਤੋਂ ਹੋਣੀ ਆ, ਫਿਰ ਰਾਤ ਦੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ, ਪਰ ਇਹ ਦੱਸਿਆ ਕਿ ਰਾਤ ਨੂੰ ਕਰਫਿਊ ਦਾ ਜੋ ਉਹਨਾਂ ਦੇ ਪਹਿਲਾਂ ਬੈਲਟ ਸੀਗੇ ਉਹੀ ਉਸ ਹਿਸਾਬ ਦੇ ਨਾਲ ਹੀ ਉਹਨਾਂ ਨੇ ਆਪਣਾ ਕਰਫਿਊ ਜਾਰੀ ਕਰ ਦਿੱਤਾ ਜੀ, ਕਿਉਂਕਿ ਸਪੇਨ ਦੇ ਵਿੱਚ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਆ। ਅਤੇ ਇੱਕ ਅਪਡੇਟ ਇਜ਼ਰਾਈਲ ਤੋਂ ਵੀ ਆ ਰਿਹਾ ਜੀ। ਤੀਸਰਾ ਜਿਹੜਾ ਵੈਕਸੀਨ ਦਾ ਡੋਜ਼ ਹੈ, ਇਜ਼ਰਾਈਲ ਨੇ ਕਹਿ ਦਿੱਤਾ ਕਿ ਵੈਕਸੀਨ ਨੂੰ ਤੀਸਰਾ ਡੋਜ਼ ਲਾਇਆ ਜਾਵੇ। ਅਤੇ ਦੁਨੀਆ ਦੇ ਵਿੱਚ ਇਜ਼ਰਾਈਲ ਪਹਿਲਾ ਦੇਸ਼ ਬਣ ਗਿਆ ਜੀ ਜਿਹਨੇ 3 ਵੈਕਸੀਨ ਦੇ ਡੋਜ਼ ਲਾਉਣੇ ਸ਼ੁਰੂ ਕਰ ਦਿੱਤੇ ਆ ਜੀ। ਅਗਲਾ ਅਪਡੇਟ ਆਪਣਾ ਆ ਰਿਹਾ ਜੀ ਲਿਗੂਰੀਆ ਤੋਂ। ਲਿਗੂਰੀਆ ਦੇ ਵਿੱਚ ਜਿਨ੍ਹਾਂ ਵੀ ਰਿਸ਼ਤੇਦਾਰਾਂ ਦੇ ਕੋਲ ਗ੍ਰੀਨ ਪਾਸ ਆ, ਉਹ ਆਪਣੇ ਹੌਸਪੀਟਲਾਂ ਦੇ ਵਿੱਚ ਜਿੰਨੇ ਵੀ ਕੋਈ ਬੰਦਾ ਐਡਮਿਟ ਆ ਤਾਂ ਉਹਨਾਂ ਨੂੰ ਬੇਝਿਜਕ ਹੋ ਕੇ ਮਿਲ ਸਕਦੇ ਆ ਜੀ। 3 ਟੂਰਿਸਟਾਂ ਨੂੰ 3 ਜਿਹੜੇ ਟੂਰਿਸਟ ਆ ਜੀ ਇਹਨਾਂ ਨੂੰ ਡਿਪੋਰਟ ਕੀਤਾ ਗਿਆ। ਟੂਰਿਸਟ ਕਿੱਥੇ ਦੇ ਸਨ? ਇਹ ਟੂਰਿਸਟ ਸੀਗੇ ਅਮਰੀਕਾ ਦੇ, ਰਸ਼ੀਆ ਦੇ ਅਤੇ ਆਇਰਲੈਂਡ ਦੇ। ਇਹਨਾਂ 3 ਟੂਰਿਸਟਾਂ ਨੂੰ ਡਿਪੋਰਟ ਕੀਤਾ ਗਿਆ। ਡਿਪੋਰਟ ਕਰਨ ਦਾ ਕਾਰਨ ਕੀ ਸੀ? ਕਿਉਂਕਿ ਇਹਨਾਂ ਨੇ ਜਿਹੜੇ ਕੋਵਿਡ ਦੇ ਸਰਕਾਰ ਵੱਲੋਂ ਨਿਯਮਿਤ ਕੀਤੇ ਗਏ ਕਾਨੂੰਨ ਸੀ ਉਹਨਾਂ ਦੀ ਇਹਨਾਂ ਨੇ ਉਲੰਘਣਾ ਕੀਤੀ ਹੈ ਜੀ। ਇਹ ਹੋਇਆ ਇੰਡੋਨੇਸ਼ੀਆ ਦੇ ਵਿੱਚ, ਬਾਲੀ ਟਾਪੂ ਆ ਉੱਥੇ, ਅਤੇ ਉੱਥੇ ਬੰਦੇ ਇੱਕ ਤਾਂ ਪੋਜ਼ੀਟਿਵ ਹੋ ਗਿਆ ਸੀ। ਪੋਜ਼ੀਟਿਵ ਕਰਕੇ ਕਹਿੰਦੇ ਜੀ ਮੈਂ ਕੁਆਰੰਟਾਈਨ ਨਹੀਂ ਰਹਿਣਾ, ਕੋਈ ਕਹਿ ਰਿਹਾ ਸੀ ਕਿ ਮੈਂ ਮਾਸਕ ਨਹੀਂ ਲਾਉਣਾ। ਅਤੇ ਫਿਰ ਕੀ ਸੀ, ਇੰਡੋਨੇਸ਼ੀਆ ਵਾਲਿਆਂ ਨੇ ਕਿਆ ਕੀਤਾ, ਇਹ 3 ਬੰਦੇ ਆ, ਇਹਨਾਂ ਨੇ ਦੇਖਿਆ ਵੀ ਜਿਹੜੇ ਸਾਡੇ ਕੇਸਾਂ ਦੀ ਗਿਣਤੀ ਆ 40,487 ਦੱਸਿਆ ਜਾ ਰਿਹਾ ਕਿ ਉੱਥੇ ਜਿਹੜੇ ਰਿਕਾਰਡ ਬਣੇ ਅਤੇ 891 ਬੰਦਿਆਂ ਦੀ ਮੌਤ ਹੋਈ ਹੈ ਲਾਸਟਲੇ 24 ਘੰਟੇ ਦੇ ਵਿੱਚ। ਇਹਨਾਂ ਸਭ ਨੂੰ ਦੇਖਦੇ ਉਹਨਾਂ ਨੇ ਦੱਸਿਆ ਕਿ ਟੂਰਿਸਟ ਬੰਦੇ ਹੀ ਜ਼ਿਆਦਾਤਰ ਫੈਲਾਉਂਦੇ ਨੇ, ਕਾਰਨ ਹੋ ਸਕਦਾ ਇਸ ਕਰਕੇ ਅਮਰੀਕਾ, ਰਸ਼ੀਆ ਅਤੇ ਆਇਰਲੈਂਡ ਦੇ 3 ਬੰਦਿਆਂ ਨੂੰ ਇਹਨਾਂ ਨੇ ਜਿਹੜੀਆਂ ਪਹਿਲੀਆਂ ਫਲਾਈਟਾਂ ਆ ਰਹੀਆਂ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਤੋੜਤਾ। ਅਤੇ ਜਿਹੜਾ ਰਸ਼ੀਆ ਵਾਲਾ ਬੰਦਾ ਸੀ ਦੱਸਿਆ ਜਾ ਰਿਹਾ ਕਿ ਪੋਜ਼ੀਟਿਵ ਸੀ, ਪੋਜ਼ੀਟਿਵ ਤੋਂ ਨੈਗੇਟਿਵ ਹੋਣ ਤੋਂ ਬਾਅਦ ਹੀ ਇਹਨਾਂ ਨੇ ਵਾਪਸ ਤੋਰਿਆ ਜੀ। ਅਤੇ ਇਸ ਤਰ੍ਹਾਂ ਵੀ ਹੋਣ ਲੱਗਿਆ ਜੇਕਰ ਤੁਸੀਂ ਕਿਸੇ ਜਗ੍ਹਾ ਟੂਰਿਸਟ ਬਣ ਕੇ ਜਾਓਗੇ ਤਾਂ ਉਹ ਦੇਸ਼ ਤੁਹਾਨੂੰ ਵਾਪਸ ਵੀ ਤੋਰ ਸਕਦਾ ਜੀ। ਬੈਲਜੀਅਮ ਤੋਂ ਇੱਕ ਹੋਰ ਅਪਡੇਟ ਆ ਰਿਹਾ ਜੀ। ਬੈਲਜੀਅਮ ਦੇ ਵਿੱਚ ਇੱਕ 90 ਸਾਲ ਦੀ ਔਰਤ ਦਾ ਦੇਹਾਂਤ ਹੋ ਗਿਆ ਜੀ। 90 ਸਾਲ ਦੀ ਔਰਤ ਪੂਰੀ ਹੋ ਗਈ ਹੈ, ਮਰ ਗਈ ਹੈ, ਮੌਤ ਹੋ ਗਈ ਹੈ ਜੀ। ਕਾਰਨ ਕੀ ਹੈ ਜੀ? ਉਹ 2 ਵਾਰੀਅੰਟ ਸਨ ਜਿਹੜੇ ਕਿ ਇੱਕ ਨਾਲ ਦਾ ਨਹੀਂ, ਵਾਰੀਅੰਟ ਤਾਂ ਕੋਵਿਡ ਦਾ ਇੱਕ ਹੀ ਬਹੁਤ ਸੀ, ਉਹਨੂੰ 2
ਕੋਵਿਡ ਦੇ ਵਾਰੀਅੰਟ ਹੋਏ ਸਨ, ਜਿਸ ਦੇ ਨਾਲ ਉਹਨੂੰ ਮੌਤ ਹੋ ਗਈ ਹੈ। ਅਤੇ ਇਟਲੀ ਦੇ ਵਿੱਚ ਛੂਤ ਦੇ ਬਿਮਾਰੀਆਂ ਦੇ ਐਕਸਪਰਟ ਜਿਨ੍ਹਾਂ ਦਾ ਨਾਮ ਅੰਦਰਿਓਨੀ ਜੀ, ਉਹਨਾਂ ਦਾ ਇੱਕ ਬਿਆਨ ਆਇਆ ਜੀ। ਉਹ ਕਹਿ ਰਹੇ ਨੇ ਜੀ ਕਿ ਇਟਲੀ ਦੇ ਵਿੱਚ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਤੇ ਹੈ, ਤਕਰੀਬਨ 20 ਲੱਖ ਬੰਦਾ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਤੇ ਹੈ, ਜਿਨ੍ਹਾਂ ਨੇ ਫਿਲਹਾਲ ਹੁਣ ਤੱਕ ਵੈਕਸੀਨ ਨਹੀਂ ਲਵਾਈ, ਉਹਨਾਂ ਦੇ ਵੈਕਸੀਨ ਲਾਉਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ। ਉੱਧਰ ਹੀ ਪੀਅਰ ਪਾਓਲੋ ਸਿਲੇਰੀ ਜੀ, ਜੋ ਕਿ ਸੋਤੋ ਸੈਕਰੇਟਾਰੀ ਨੇ, ਉਹ ਵੀ ਕਹਿ ਰਹੇ ਨੇ ਕਿ 7-8 ਹਜ਼ਾਰ ਜੇਕਰ ਕੇਸ ਇੱਕ ਦਿਨ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਤਾਂ ਜਿਹੜਾ ਕੁਆਰੰਟਾਈਨ ਬਾਹਰੋਂ ਜਿਹੜੇ ਬੰਦੇ ਆਏ ਉਹਨਾਂ ਨੂੰ ਕੁਆਰੰਟਾਈਨ ਕਰਨਾ ਨਾ ਕਰਨਾ ਇੱਕ ਹੀ ਬਰਾਬਰ ਹੋਵੇਗਾ, ਕਿਉਂਕਿ ਉਸ ਟਾਈਮ ਤੱਕ ਤਾਂ ਇਟਲੀ ਦੇ ਵਿੱਚ ਜਿਹੜਾ ਵਾਇਰਸ ਹੈ ਚੰਗੀ ਤਰ੍ਹਾਂ ਫੈਲ ਚੁੱਕਾ ਹੋਊਗਾ ਜੀ। ਬਰੇਸ਼ੀਆ ਦੇ ਵਿੱਚ ਇੱਕ ਡਿਸਕੋਟੇਕਾਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਦੇ ਚੱਕਰ ਦੇ ਵਿੱਚ ਬੰਦ ਕਰ ਦਿੱਤਾ ਗਿਆ ਜੀ। 500 ਬੰਦਾ ਨੱਚ ਰਿਹਾ ਸੀ, ਨਾ ਮੂੰਹ 'ਤੇ ਮਾਸਕ ਲਾਇਆ ਸੀ, ਨਾ ਹੀ ਸੋਸ਼ਲ ਡਿਸਟੈਂਸ ਸੀ, ਜਿਸ ਕਾਰਨ 5 ਦਿਨਾਂ ਲਈ ਉਸ ਡਿਸਕੋਟੇਕ ਨੂੰ ਬੰਦ ਕਰ ਦਿੱਤਾ ਗਿਆ ਜੀ। ਉਸ ਤੋਂ ਬਾਅਦ ਇਹਨੂੰ 800 ਯੂਰੋ ਜੁਰਮਾਨਾ ਵੀ ਕੀਤਾ ਗਿਆ ਮਾਲਕ ਨੂੰ, ਅਤੇ ਸਰਕਾਰ ਫੈਸਲਾ ਲੈ ਸਕਦੀ ਹੈ ਇਹਨੂੰ ਜਿਹੜਾ ਬੰਦ ਕਰਨ ਦੀ ਅਵਧੀ ਹੈ, ਬੰਦ ਕਰਨ ਦਾ ਟਾਈਮ 5 ਦਿਨਾਂ ਤੋਂ 30 ਦਿਨਾਂ ਤੱਕ ਵੀ ਕੀਤਾ ਜਾ ਸਕਦਾ ਹੈ ਜੀ। ਰਸ਼ੀਆ ਦੇ ਵਿੱਚ 25,140 ਨਵਾਂ ਕੇਸ ਅਤੇ 710 ਬੰਦਿਆਂ ਦੀ ਮੌਤ ਲਾਸਟਲੇ 24 ਘੰਟਿਆਂ ਦੇ ਵਿੱਚ ਰਜਿਸਟਰ ਹੋਈ ਹੈ। ਰਸ਼ੀਆ ਲਗਾਤਾਰ ਜਿਹੜਾ ਵੈਕਸੀਨ ਆਪਣਾ ਜਿਹੜਾ ਕੇਸ ਉੱਥੇ ਲਗਾਤਾਰ ਆਈ ਜਾ ਰਹੇ ਨੇ। ਅਤੇ ਇਹਦੇ ਨਾਲ ਅੱਜ ਦੀਆਂ ਖਬਰਾਂ ਇੱਥੇ ਹੀ ਸਮਾਪਤ ਹੁੰਦੀਆਂ ਨੇ ਜੀ। ਮਿਲਾਂਗੇ ਅਸੀਂ ਅੱਜ ਕੱਲ੍ਹ ਸਵੇਰ ਦੀਆਂ ਖਬਰਾਂ ਦੇ ਵਿੱਚ। ਉਨਾ ਟਾਈਮ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ। ਸੁਣ ਰਹੀ ਤੁਸੀਂ ਇਟਾਲੀਅਨ ਖਬਰਾਂ ਕੁਲਵੀਰ ਸਿੰਘ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।